हर सोही राशाड कै करह आन की आस। ते नर दोजक जाहेंगे सत भाखै रविदास। बा पिपल दास गुरु सरवण दास। हरिदास गुरु जोए सो हमारी रखया करे। तिस बिघ्न न लागै कोय। धन धन सतगुरु ग्रीवदास। बंधो नित शुभा श्याम। चरण कमल को दंडवत कोट कोट प्रणाम। सतनाम सतनाम सतनाम। चित सिमरन करो नैन अवलोकनो। श्रवण बाणी सो जस पूर राखो। मन सो मद कर करो चरण हृदय थारो। रसन अमृत राम नाम पाखो। गुरु प्यारी साध संगत जियो, आप सब संगतां बहुत ही बड़भागी हो कि आप सब संगतां ब्रह्म ज्ञानी ब्रह्मलीन सतगुरु स्वामी सरवणदास महाराज जी दे पावन पवित्र दरबार ते बैठ के डेरे दे मौजूदा गद्दी नशीन सतगुरु स्वामी निरंजन दास महाराज जी दे दर्शन दीदारे करके अपना जीवन सफल कर रहे हो। साहब सतगुरु रविदास महाराज जी इस पावन अमृत बाणी दे शब्द राही उस परमेश्वर उस परमात्मा दे नाल अपनी सच्ची प्रीत सच्चा प्यार बयान करते हैं। चेत सिमरन करू नैन अवलोकनो सरवण बाणी सो जस पूर आखो। सतगुरु रविदास महाराज जी जो खंडा ब्रह्मंडा दे मालिक गुरुआं दे गुरु सन, ਉਹ खुद परमेश्वर खुद परमात्मा सन, पर ਉਹ ਸੰਸਾਰੀ ਜੀਵਾਂ ਨੂੰ ਸਮਝਾਉਣ ਵਾਸਤੇ ਸੰਸਾਰ ਦੇ ਵਿੱਚ परमात्मा ਦੀ ਬੰਦਗੀ ਕਰਦੇ ਨੇ, ਸਿਮਰਨ ਕਰਦੇ ਨੇ कि किस तरह जीव ने उस परमेश्वर परमात्मा की बंदगी करनी है, सिमरन करना है। जिमें साहब सतगुरु रविदास महाराज जी सिमरन कर रहे ने, चित सिमरन करूं कि हे परमात्मा जी मैं चित दे विच मन दे विच आप दा सिमरन करदा हां, आप दा नाम जपदा हां। नैन अवलोकनो तिन्हां अखां दे नाल मैं आप जी दे दर्शन दीदारे करदा हां। सरवण बाणी सो जस पूर आखो कि हे परमात्मा जी मैं आप जी दी पवित्र बाणी सरवण करदा हां, आप ही दा नाम सरवण करदा हां। इन्हां कन्नां दे नाल आप जी दा पवित्र जस सुन के आनंद विच भरपूर रखदा हां। सतगुरु जी समझा रहे ने, नाम जपण को जीभा दिती गुर दर्शन को अखा। एक एक सांस मोलक जावे हथ ना आवे लखा। कि जिहड़ी जीभा उस परमेश्वर परमात्मा ने सानू बख्शिश कीती है, परमात्मा दा नाम जपण वास्ते, प्रभु दा सिमरन करन वास्ते। ते जो अखां ने जो नेत्र ने इन्हां दे नाल अपने सतगुरां दे उस परमेश्वर परमात्मा दे दर्शन दीदारे करने ने। ते इन्हां कन्नां दे नाल उस परमेश्वर परमात्मा दे नाम नू सुनना है, प्रभु दे सिमरन नू सुनना है। एक एक सांस मोलक जावे हथ ना आवे लखा। कि जिहड़े जीव दे श्वास ने इन्हां दी बहुत
ਕੀਮਤ ਹੈ, ਇੱਕ ਸਵਾਸ ਦੀ ਬਹੁਤ ਵੱਡੀ ਕੀਮਤ ਹੈ। ਜਿਹੜੇ ਸਵਾਸ ਉਸ ਪਰਮੇਸ਼ਰ ਪਰਮਾਤਮਾ ਦੇ ਲੇਖੇ ਦੇ ਵਿੱਚ ਲੱਗ ਜਾਂਦੇ ਨੇ, ਪਰਮਾਤਮਾ ਦੀ ਬੰਦਗੀ ਦੇ ਵਿੱਚ ਲੱਗ ਜਾਂਦੇ ਨੇ, ਉਹਨਾਂ ਦੀ ਕੀਮਤ ਪੈ ਜਾਂਦੀ ਹੈ। ਤੇ ਜਿਹੜੇ ਪਰਮੇਸ਼ਰ ਪਰਮਾਤਮਾ ਦੇ ਨਾਮ ਤੋਂ ਬਿਨਾਂ ਬਿਰਥੇ ਸਵਾਸ ਚਲੇ ਜਾਂਦੇ ਨੇ, ਉਹਨਾਂ ਦੀ ਕੋਈ ਕੀਮਤ ਨਹੀਂ ਪੈਂਦੀ। ਉਹ ਸਵਾਸ ਬਿਰਥੇ ਹੀ ਚਲੇ ਜਾਂਦੇ ਨੇ। ਇਸ ਲਈ ਅਸੀਂ ਵੀ ਇੱਕ ਇੱਕ ਸਵਾਸ ਉਸ ਪਰਮੇਸ਼ਰ ਪਰਮਾਤਮਾ ਦੇ ਲੇਖੇ ਦੇ ਵਿੱਚ ਲਾਉਣਾ ਹੈ, ਕਿਉਂਕਿ ਮਨੁੱਖਾ ਜੀਵ ਨੂੰ ਪਰਮਾਤਮਾ ਦੀ ਬੰਦਗੀ ਵਾਸਤੇ ਹੀ ਮਿਲਦਾ ਹੈ, ਸਿਮਰਨ ਕਰਨ ਵਾਸਤੇ ਹੀ ਮਿਲਦਾ ਹੈ। ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਵੀ ਇਹੀ ਸਮਝਾ ਰਹੇ ਨੇ ਕਿ ਮਨ ਦੇ ਵਿੱਚ ਉਸ ਪਰਮੇਸ਼ਰ ਪਰਮਾਤਮਾ ਦਾ ਸਿਮਰਨ ਕਰਨਾ ਹੈ। ਤਿੰਨਾਂ ਨੈਣਾਂ ਦੇ ਨਾਲ ਆਪਣੇ ਗੁਰੂਆਂ ਦੇ ਦਰਸ਼ਨ ਦੀਦਾਰੇ ਕਰਨੇ ਨੇ ਤੇ ਕੰਨਾਂ ਦੇ ਨਾਲ ਉਸ ਪਰਮੇਸ਼ਰ ਪਰਮਾਤਮਾ ਦਾ ਨਾਮ ਸੁਣਨਾ ਹੈ। ਗੁਰ ਕੀ ਮੂਰਤ ਮਨ ਵਿਖੇ ਧਰੋ ਸੋ ਹਰਦਮ ਧਿਆਨ, ਨਾਮ ਦਾ ਇਸ਼ਨਾਨ ਕਰ ਦੁਆਰੇ ਪਾਵੇ ਮਾਨ। ਤੇ ਆਪਣੇ ਮਨ ਨੂੰ ਆਪਣੇ ਸਤਿਗੁਰਾਂ ਦੇ ਚਰਨਾਂ ਦੇ ਨਾਲ ਜੋੜ ਕੇ ਰੱਖਣਾ ਹੈ। ਮਨ ਸੋ ਮਦ ਕਰ ਕਰੂ ਚਰਨ ਹਿਰਦੇ ਧਰੂ, ਰਸਨ ਅੰਮ੍ਰਿਤ ਰਾਮ ਨਾਮ ਭਾਕੂ। ਮੈਂ ਆਪਣੇ ਮਨ ਨੂੰ ਪੌਰਾ ਬਣਾ ਕੇ ਆਪ ਹੀ ਦੇ ਚਰਨ ਕਮਲਾਂ ਨੂੰ ਆਪਣੇ ਹਿਰਦੇ ਵਿੱਚ ਵਸਾਉਂਦਾ ਹਾਂ। ਉਸ ਤੋਂ ਸ਼੍ਰੇਸ਼ਟ ਰਸ ਪ੍ਰਾਪਤ ਕਰਦਾ ਹਾਂ ਤੇ ਰਸਨਾ ਨਾਲ ਆਪ ਹੀ ਦੇ ਅੰਮ੍ਰਿਤ ਰਾਮ ਨਾਮ ਨੂੰ ਉਚਾਰਨ ਕਰਦਾ ਹਾਂ। ਤੇ ਆਪਣੇ ਮਨ ਨੂੰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪੌਰਾ ਬਣਾ ਕੇ ਰੱਖਣਾ ਹੈ। ਜਿਵੇਂ ਪੌਰਾ ਫੁੱਲਾਂ ਤੋਂ ਸੁਗੰਧੀ ਪ੍ਰਾਪਤ ਕਰਦਾ ਹੈ, ਇਸੇ ਤਰ੍ਹਾਂ ਅਸੀਂ ਸਤਿਗੁਰਾਂ ਦੇ ਚਰਨਾਂ ਤੋਂ ਉਸ ਪਰਮੇਸ਼ਰ ਪਰਮਾਤਮਾ ਦੇ ਨਾਮ ਰੂਪੀ ਆਨੰਦ ਨੂੰ ਪ੍ਰਾਪਤ ਕਰਨਾ ਹੈ। ਜਿਵੇਂ ਅੰਮ੍ਰਿਤ ਵੇਲੇ ਸੂਰਜ ਉਦੈ ਹੁੰਦਾ ਹੈ ਤੇ ਸੂਰਜ ਦੀਆਂ ਕਿਰਨਾਂ ਪੂਰੀ ਬਨਸਪਤੀ ਉੱਪਰ ਪੈਂਦੀਆਂ ਨੇ ਤੇ ਸਾਰੀ ਬਨਸਪਤੀ ਖਿੜ ਜਾਂਦੀ ਹੈ। ਇਸੇ ਤਰ੍ਹਾਂ ਜਿਹੜੇ ਪੂਰਨ ਸੰਤ ਮਹਾਪੁਰਸ਼ ਨੇ ਉਹ ਹਰ ਵੇਲੇ ਪਰਮਾਤਮਾ ਦਾ ਨਾਮ ਜਪਦੇ ਨੇ, ਪ੍ਰਭੂ ਦਾ ਸਿਮਰਨ ਕਰਦੇ ਨੇ ਤੇ ਉਹਨਾਂ ਦੇ ਰੋਮ ਰੋਮ ਵਿੱਚੋਂ ਵੀ ਉਸ ਪਰਮੇਸ਼ਰ ਪਰਮਾਤਮਾ ਦੇ ਨਾਮ ਦੀਆਂ ਕਿਰਨਾਂ ਪੈਂਦੀਆਂ ਨੇ। ਜਦੋਂ ਇਸ ਜੀਵ ਰੂਪੀ ਆਤਮਾ ਤੇ ਪੈਂਦੀਆਂ ਤੇ ਜੀਵ ਰੂਪੀ ਆਤਮਾ ਖਿੜ ਜਾਂਦੀ ਹੈ। ਇਸ ਕਰਕੇ ਆਪਣੇ ਮਨ ਨੂੰ ਸਤਿਗੁਰਾਂ ਦੇ ਚਰਨਾਂ ਦੇ ਨਾਲ ਜੋੜ ਕੇ ਰੱਖਣਾ ਹੈ ਤੇ ਇਸ ਮੁਖ ਤੋਂ ਉਸ ਪਰਮੇਸ਼ਰ ਪਰਮਾਤਮਾ ਦਾ ਨਾਮ ਜਪਣਾ ਹੈ, ਪ੍ਰਭੂ ਦਾ ਸਿਮਰਨ ਕਰਨਾ ਹੈ। ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਘਟੈ, ਮੈਂ ਤੋ ਮੋਲ ਮਹਿੰਗੀ ਲਈ ਜੀ ਸਟੈ ਰਹਾਉ। ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਘਟੈ, ਮੈਂ ਤੋ ਮੋਲ ਮਹਿੰਗੀ ਲਈ ਜੀ ਸਟੈ। ਸਤਿਗੁਰੂ ਰਵਿਦਾਸ ਮਹਾਰਾਜ ਜੀ ਆਪਣੀ ਪ੍ਰੀਤ, ਆਪਣਾ ਪ੍ਰੇਮ ਔਰ ਪਿਆਰ ਉਸ ਪਰਮੇਸ਼ਰ ਪਰਮਾਤਮਾ ਦੇ ਨਾਲ ਬਿਆਨ ਕਰਦੇ ਨੇ। ਕਿਹੋ ਜਿਹੀ ਪ੍ਰੀਤੀ ਹੈ? हे ਪਰਮਾਤਮਾ ਜੀ, ਮੇਰੀ ਪ੍ਰੀਤੀ ਆਪ ਨਾਲੋਂ ਕਦੇ ਵੀ ਨਾ ਘਟੇ। ਕਿਉਂ? ਮੈਂ ਆਪਣਾ ਜੀਵਨ ਸਮਰਪਿਤ ਕਰਕੇ ਆਪ ਜੀ ਦੇ ਸੱਚੀ ਪ੍ਰੀਤੀ ਨੂੰ, ਸੱਚੇ ਪਿਆਰ ਨੂੰ ਪ੍ਰਾਪਤ ਕੀਤਾ ਹੈ। ਉਹ ਪਰਮੇਸ਼ਰ, ਉਹ ਪਰਮਾਤਮਾ ਦਾ ਪ੍ਰੇਮ ਔਰ ਪਿਆਰ ਆਪਣਾ ਜੀਵਨ ਅਰਪਣ ਕਰਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹੀ ਫਿਰ ਹੀ ਉਸ ਦੀ ਪ੍ਰਾਪਤੀ ਹੁੰਦੀ ਹੈ। ਤਨ ਮਨ ਅਰਪੋ ਪੂਜ ਰਾਵੋ, ਗੁਰ ਪ੍ਰਸਾਦ ਨਿਰੰਜਨ ਪਾਵੋ। ਆਪਣਾ ਤਨ ਮਨ ਉਸ ਗੁਰੂ ਦੇ ਚਰਨਾਂ ਦੇ ਵਿੱਚ ਅਰਪਣ ਕਰਨਾ ਪੈਂਦਾ ਹੈ, ਫਿਰ ਹੀ ਉਹ ਸੱਚੀ ਪ੍ਰੀਤ, ਸੱਚਾ ਪ੍ਰੇਮ ਔਰ ਪਿਆਰ ਮਿਲਦਾ ਹੈ। ਇਸ ਕਰਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਇਹੀ ਉਸ ਪਰਮੇਸ਼ਰ ਪਰਮਾਤਮਾ ਦੇ ਗੋਬਿੰਦ ਦੇ ਅੱਗੇ ਬੇਨਤੀ ਕਰ ਰਹੇ ਨੇ ਕਿ हे ਪਰਮਾਤਮਾ ਜੀ, ਮੇਰੀ ਪ੍ਰੀਤੀ, ਮੇਰਾ ਪਿਆਰ ਕਦੇ ਵੀ ਆਪ ਦੇ ਨਾਲੋਂ ਨਾ ਘਟੇ, ਕਿਉਂਕਿ ਮੈਂ ਆਪਣਾ ਤਨ ਮਨ ਤਨ ਆਪ ਦੇ ਚਰਨਾਂ ਦੇ ਵਿੱਚ ਅਰਪਣ ਕਰਕੇ ਇਹ ਸੱਚੀ ਪ੍ਰੀਤੀ ਨੂੰ ਪ੍ਰਾਪਤ ਕੀਤਾ ਹੈ। ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਉਸ ਮਾਲਕ ਦੇ ਨਾਲ ਕਿਹੋ ਜਿਹੀ ਪ੍ਰੀਤੀ ਕੀਤੀ ਹੈ, ਕਿਹੋ ਜਿਹਾ ਪ੍ਰੇਮ ਕੀਤਾ ਹੈ। ਉਹਨਾਂ ਨੇ ਆਪਣੇ ਤਨ ਦੀ, ਆਪਣੇ ਸਰੀਰ ਦੀ ਪਰਵਾਹ ਨਹੀਂ ਕੀਤੀ। ਕਹਿੰਦੇ ਮੇਰੇ ਤਨ ਭਾਵੇਂ ਉਸ ਦੇ ਛੋਟੇ ਛੋਟੇ ਟੁਕੜੇ ਹੋ ਜਾਣ, ਪਰ ਮੈਨੂੰ ਆਪਣੇ ਤਨ ਦੀ ਕੋਈ ਪਰਵਾਹ ਨਹੀਂ। ਕਹਾਂ ਪਇਓ ਜੋ ਤਨ ਪਇਓ, ਛਿਨ ਛਿਨ ਪ੍ਰੇਮ ਜਾਏ ਤੋ ਡਰ ਪੈ ਤੇਰੇ ਜਨ।
फिर जिहड़े उस मालक दे नाल सच्चा प्रेम और प्यार कर लेंदे ने, फिर वो अपने तन दी अपने सीर दी परवाह नहीं करते। जिवें साहब सतगुरु रविदास महाराज जी कह रहे ने कि मेरे सीर दे भावें छोटे छोटे टुकड़े हो जाण, मैनू कोई परवाह नहीं, पर जिहड़ा आप दा प्रेम है प्यार है वो ना किते घट जावे। क्योंकि जिहड़े अंदरों उस मालक दे नाल जुड़ जांदे ने, उस मालक दे नाल सच्चा प्रेम और प्यार कर लैंदे ने, फिर वो अपने तन दी अपने सीर दी परवाह नहीं करते। क्योंकि जिहड़ा तन और मन है वो परमेश्वर परमात्मा दा है, परमात्मा दे चरणां दे विच अर्पण कर दिंदे ने। फिर जिहड़ा मर्जी सीर ते कष्ट आ जावे उस परमेश्वर परमात्मा दा भाणा मन के सहन कर लेंदे ने, क्योंकि उन्होंने जिहड़ा अपना तन है वो पहला ही परमेश्वर परमात्मा दे चरणां दे विच अर्पण कर दिता हुंदा है। जिवें सतगुरु बाबा फरीद महाराज जी, उन्होंने भी उस मालक दे नाल अपनी सच्ची प्रीत सच्चा प्यार बयान किया है। जदों सतगुरु बाबा फरीद महाराज जी बिरध अवस्था दे विच आए तां कां उन्हां दे सीर उत्तों ठूंगे मार मार के मांस खा रहे ने, सीर दा सारा मांस खा रहे ने। ते सतगुरु बाबा फरीद महाराज जी उस परमेश्वर परमात्मा दे प्रेम दे विच भिजे उन्हां कामां नूं की कह रहे ने, कांगा करंग टंडोलिया सगला खाया मास, ए दो नैना मत छूह फिर देखन की आस। सतगुरु बाबा फरीद महाराज जी वो कामां नूं की कह रहे ने कि मेरे सीर दा भावें सारा ही मांस खा जावो, मैनू कोई परवाह नहीं। अपने सीर दी अपने तन दी पारे जेड़े मेरे दो नैन ने दो अखां ने, इन्हां नूं नहीं छूना, इन्हां दे नाल मैं अपने प्रीतम दे अपने गुरु दे दर्शन दीदारे करने ने। फिर जेड़े परमेश्वर परमात्मा दे प्यारे ने वो आखिरी श्वासा तक भी अपने मालक दी उस परमेश्वर परमात्मा दी आस अपने मन दे विच लगाई रखदे ने। ये जेड़ी सच्ची प्रीत है सच्चा प्रेम है ये अपना तन मन अर्पण करके ही मिलता है, जिवें सतगुरु जी समझा रहे हैं। एक बार सतगुरु कबीर महाराज जी जिस नगर दे विच रहा करते सन, परमात्मा दी बंदगी करते ने, सिमरन करते ने, ते जिहड़ा उत्थे दा एक राजा सी, राजे दे मन दे विच आया कि मैं सोना दान करना है। ते वो राजे ने सारे ही नगर नूं सोने दा दान कीता। तां राजे नूं किसी ने कहा कि महाराज अपने नगर दे विच एक संत महापुरुष भी बंदगी करते ने, सिमरन करते ने, सानू उन्हां नूं भी दान करना चाहिदा है। ते वो राजा सतगुरु कबीर महाराज जी दे पास गया तां सतगुरु कबीर महाराज जी नूं हत्थ जोड़ के कहण लगा कि महाराज मैं सारे ही नगर दे विच सोना दान कीता है ते मैं आप जी नूं भी दान करना चाहुंदा हां। सोना दसो, आप जी जिन्ना सोना मंगोगे अपने मूहों उन्ना ही मैं आप जी नूं दान करूंगा, जिन्ना नगर वालियां नूं कीता उन्हां तो ज्यादा दान करूंगा। ते सतगुरु कबीर महाराज जी कहण लगे कि राजा बहुत वधिया गल है कि तू सोने का दान कीता है, पर सानू किसी चीज की जरूरत नहीं, असीं ते उस परमेश्वर परमात्मा का नाम जपदे हां, सिमरन करते हैं। ते राजा कहण लगा कि नहीं महाराज असीं आप जी नूं दान करना है, आप दसो आप जी नूं किन्ना सोना चाहिदा है। क्योंकि जिहड़े परमेश्वर परमात्मा दे प्यारे ने वो इस संसार दियां वस्तुआं दे नाल प्रेम प्यार नहीं करते। जिवें साहब सतगुरु रविदास महाराज जी, रविदास तो बनता तो नित्यागी माया, प्रगट हुआ साध संग हर दर्शन पाया। जिवें साहब सतगुरु रविदास महाराज जी ने भी संसार दे विच आके माया दा त्याग कर दिता, पारस ठुकरा दिते। क्योंकि जिहड़े परमेश्वर परमात्मा दे प्यारे ने उन्हां दा प्रेम उस मालक दे नाल ही हुंदा है। ते वो राजे दे मन दे विच हंकार भी सी, कहण लगा कि नहीं महाराज मैं आप जी नूं सोना दान करना चाहुंदा हां, दसो आप जी नूं किन्ना सोना दान करा। जदों राजा नहीं हटिया ते सतगुरु कबीर महाराज जी ने एक तकड़ी मंगाई ते उहदे उपर एक पत्ते दे उपर परमेश्वर परमात्मा दा नाम लिख के वो तकड़ी दे एक पासे रख दिता। ते राजे नूं कहण लगा कि राजा जेकर तू मैनूं दान करना है ते इस दे बराबर कर दे। राजे दे मन दे विच गुस्सा आ गया कि मेरा मजाक उड़ा रहा, एक पत्ते दे बराबर मैं ते पता नहीं किन्ना सोना दान कर दिता। ते वो सतगुरु कबीर महाराज जी कहण लगे कि राजा जेकर तू दान करना है तो इस दे बराबर कर दे। ते राजे ने सोना रखिया
ਉਸ ਤੱਕੜੀ ਦੇ ਦੂਸਰੇ ਪਾਸੇ। ਤਾਂ ਜਿੱਧਰ ਪਰਮੇਸ਼ਰ ਪਰਮਾਤਮਾ ਦਾ ਨਾਮ ਲਿਖ ਕੇ ਉਹ ਪੱਤਾ ਰੱਖਿਆ ਸੀ, ਉਧਰਲਾ ਪਾਸਾ ਫਿਰ ਭਾਰਾ ਹੈ। ਤੇ ਰਾਜੇ ਨੇ ਹੌਲੀ ਹੌਲੀ ਕਾਫੀ ਸੋਨਾ ਮੰਗਾ ਕੇ ਰੱਖ ਦਿੱਤਾ, ਪਰ ਉਹ ਜਿੱਧਰ ਪਰਮਾਤਮਾ ਦਾ ਨਾਮ ਲਿਖਿਆ ਉਹ ਪਾਸਾ ਫਿਰ ਵੀ ਭਾਰਾ। ਰਾਜਾ ਦੇਖ ਕੇ ਹੈਰਾਨ ਹੋ ਗਿਆ ਤੇ ਉਹ ਸਤਿਗੁਰ ਕਬੀਰ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਪੈ ਗਿਆ ਕਿ ਮਹਾਰਾਜ ਮੈਨੂੰ ਮਾਫ ਕਰ ਦਿਓ, ਮੇਰੇ ਤੋਂ ਗਲਤੀ ਹੋ ਗਈ, ਮੈਂ ਆਪ ਦੀ ਪਹਿਚਾਨ ਨਹੀਂ ਕਰ ਸਕਿਆ। ਤੇ ਫਿਰ ਸਤਿਗੁਰ ਕਬੀਰ ਮਹਾਰਾਜ ਜੀ ਕਹਿਣ ਲੱਗੇ, ਕੰਚਨ ਸਿਓ ਨਹੀਂ ਪਾਈਏ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਕਿ ਰਾਜਾ, ਉਹ ਪਰਮੇਸ਼ਰ, ਉਹ ਪਰਮਾਤਮਾ ਦੇ ਨਾਮ ਨੂੰ ਸੋਨੇ ਦੇ ਨਾਲ ਨਹੀਂ ਤੋਲਿਆ ਜਾ ਸਕਦਾ। ਮਨ ਦੇ ਰਾਮ ਲਿਆ ਹੈ ਮੋਲ। ਮੈਂ ਆਪਣਾ ਮਨ ਦੇ ਕੇ ਉਸ ਪਰਮੇਸ਼ਰ ਪਰਮਾਤਮਾ ਦੀ ਪ੍ਰਾਪਤੀ ਕੀਤੀ ਹੈ। ਇਸ ਕਰਕੇ ਉਹ ਪਰਮੇਸ਼ਰ, ਉਹ ਪਰਮਾਤਮਾ ਦੇ ਨਾਮ ਦੇ ਬਰਾਬਰ ਇਸ ਸੰਸਾਰ ਦੀ ਕੋਈ ਵੀ ਚੀਜ਼ ਨਹੀਂ, ਕੋਈ ਵੀ ਵਸਤੂ ਨਹੀਂ। ਅਸੀਂ ਉਸ ਪਰਮੇਸ਼ਰ ਪਰਮਾਤਮਾ ਦੇ ਨਾਮ ਦਾ ਕਦੇ ਵੀ ਤੋਲ ਨਹੀਂ ਕਰ ਸਕਦੇ, ਉਸ ਦਾ ਮੁੱਲ ਨਹੀਂ ਚੁਕਾ ਸਕਦੇ। ਜੇਕਰ ਮੁੱਲ ਚੁਕਾਉਣਾ ਹੈ ਤਾਂ ਆਪਣਾ ਤਨ ਮਨ ਗੁਰੂ ਦੇ ਚਰਨਾਂ ਦੇ ਵਿੱਚ ਅਰਪਣ ਕਰਨਾ ਪਵੇਗਾ, ਫਿਰ ਹੀ ਅਸੀਂ ਉਸ ਪਰਮੇਸ਼ਰ ਪਰਮਾਤਮਾ ਦੀ ਪ੍ਰਾਪਤੀ ਕਰ ਸਕਦੇ ਹਾਂ। ਸਾਧ ਸੰਗਤ ਬਿਨਾ ਪਾਉ ਨਹੀਂ ਉਪਜੈ, ਭਾਵਨ ਭਗਤ ਨਹੀਂ ਹੋਏ ਤੇਰੀ। ਸਾਧ ਸੰਗਤ ਬਿਨਾ ਭਾਵ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਹੁਣ ਮੇਰੇ ਸਾਹਿਬ ਸਤਿਗੁਰ ਰਵਿਦਾਸ ਮਹਾਰਾਜ ਜੀ ਕੀ ਉਚਾਰਨ ਕਰ ਰਹੇ ਨੇ ਕਿ ਹੈ ਪਰਮਾਤਮਾ ਜੀ, ਸੰਤਾਂ ਦੀ ਸੰਗਤ ਤੋਂ ਬਿਨਾਂ ਇਸ ਜੀਵ ਦੇ ਅੰਦਰ ਪ੍ਰੇਮ ਔਰ ਪਿਆਰ ਨਹੀਂ ਪੈਦਾ ਹੁੰਦਾ। ਜਦ ਤੱਕ ਕਿ ਜੀ ਪੂਰਨ ਸੰਤਾਂ ਮਹਾਪੁਰਸ਼ਾਂ ਦੀ ਸ਼ਰਨ ਦੇ ਵਿੱਚ ਨਹੀਂ ਜਾਂਦਾ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਤੇ ਜਦ ਤੱਕ ਕਿ ਜੀ ਪਰਮੇਸ਼ਰ ਪਰਮਾਤਮਾ ਦੀ ਭਗਤੀ ਵੀ ਨਹੀਂ ਕਰ ਸਕਦਾ, ਜਦ ਤੱਕ ਪੂਰਨ ਸੰਤਾਂ ਮਹਾਪੁਰਸ਼ਾਂ ਦੇ ਚਰਨਾਂ ਦੇ ਵਿੱਚ ਨਹੀਂ ਜਾਂਦਾ। ਕਿਉਂਕਿ ਸੰਤਾਂ ਮਹਾਪੁਰਸ਼ਾਂ ਦੇ ਕੋਲੋਂ ਹੀ ਉਹ ਪਰਮੇਸ਼ਰ, ਉਹ ਪਰਮਾਤਮਾ ਦੇ ਨਾਮ ਦੀ ਦਾਤ ਮਿਲਦੀ ਹੈ। ਤੇ ਉਸ ਪਰਮੇਸ਼ਰ ਪਰਮਾਤਮਾ ਦੇ ਨਾਮ ਦੀ ਦਾਤ ਨੂੰ ਪ੍ਰਾਪਤ ਕਰਕੇ ਜੀ ਪਰਮੇਸ਼ਰ ਪਰਮਾਤਮਾ ਦੀ ਬੰਦਗੀ ਕਰ ਸਕਦਾ ਹੈ, ਸਿਮਰਨ ਕਰ ਸਕਦਾ ਹੈ। ਤੇ ਜੀਵ ਦੇ ਅੰਦਰ ਪ੍ਰੇਮ ਵੀ ਪੂਰਨ ਸੰਤਾਂ ਮਹਾਪੁਰਸ਼ਾਂ ਦੀ ਸੰਗਤ ਦੇ ਵਿੱਚ ਜਾ ਕੇ ਆਉਂਦਾ ਹੈ, ਕਿਉਂਕਿ ਸੰਤ ਮਹਾਪੁਰਸ਼ ਹਮੇਸ਼ਾ ਹੀ ਪ੍ਰੇਮ ਪਿਆਰ ਵੰਡਦੇ ਨੇ ਸੰਗਤਾਂ ਨੂੰ। ਜਿਵੇਂ ਅਸੀਂ ਅੱਜ ਦੇਖਦੇ ਹਾਂ ਕਿ ਸਤਿਗੁਰ ਸਵਾਮੀ ਨਿਰੰਜਨ ਦਾਸ ਮਹਾਰਾਜ ਜੀ, ਜਿਨ੍ਹਾਂ ਦੇ ਚਰਨਾਂ ਦੇ ਵਿੱਚ ਸੰਗਤਾਂ ਆਉਂਦੀਆਂ ਨੇ ਤੇ ਉਹ ਸੰਗਤਾਂ ਨੂੰ ਪ੍ਰੇਮ ਔਰ ਪਿਆਰ ਇੰਨਾ ਵੰਡਦੇ ਨੇ ਕਿ ਸੰਗਤਾਂ ਉਹਨਾਂ ਦੇ ਪ੍ਰੇਮ ਪਿਆਰ ਦੇ ਵਿੱਚ ਭਿੱਜ ਕੇ ਹੀ ਸਤਿਗੁਰ ਦੀਆਂ ਹੋ ਜਾਂਦੀਆਂ ਨੇ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੇਮ ਔਰ ਪਿਆਰ ਦੇ ਹੀ ਸੌਦੇ ਨੇ ਉਸ ਪਰਮੇਸ਼ਰ ਪਰਮਾਤਮਾ ਦੇ ਘਰ ਦੇ ਵਿੱਚ। ਫਿਰ ਜਿਨ੍ਹਾਂ ਨੇ ਵੀ ਉਸ ਮਾਲਕ ਦੇ ਨਾਲ ਸੱਚਾ ਪ੍ਰੇਮ ਔਰ ਪਿਆਰ ਕੀਤਾ ਹੈ, ਉਹਨਾਂ ਨੇ ਉਸ ਮਾਲਕ ਦੀ ਪ੍ਰਾਪਤੀ ਕੀਤੀ ਹੈ। ਜਿਵੇਂ ਸਤਿਗੁਰ ਸਵਾਮੀ ਨਿਰੰਜਨ ਦਾਸ ਮਹਾਰਾਜ ਜੀ, ਜਿਨ੍ਹਾਂ ਨੇ ਬਚਪਨ ਤੋਂ ਹੀ ਸਤਿਗੁਰ ਸਵਾਮੀ ਸਰਵਨਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਪਣਾ ਸਾਰਾ ਜੀਵਨ ਲਗਾ ਦਿੱਤਾ। ਉਹਨਾਂ ਦੇ ਨਾਲ ਇਹੋ ਜਿਹਾ ਸੱਚਾ ਪ੍ਰੇਮ ਔਰ ਪਿਆਰ ਕੀਤਾ ਹੈ ਤੇ ਉਹਨਾਂ ਨੇ ਸਤਿਗੁਰ ਸਵਾਮੀ ਨਿਰੰਜਨ ਦਾਸ ਮਹਾਰਾਜ ਜੀ ਨੂੰ ਵੀ ਪਰਮੇਸ਼ਰ ਪਰਮਾਤਮਾ ਦਾ ਹੀ ਰੂਪ ਬਣਾ ਦਿੱਤਾ। ਕਿਉਂਕਿ ਸੰਤਾਂ ਦੀ ਸੰਗਤ ਦੇ ਵਿੱਚ ਹੀ ਇਹ ਜੀਵ ਜਾ ਕੇ ਉਹ ਸੱਚਾ ਪ੍ਰੇਮ ਔਰ ਪਿਆਰ ਪ੍ਰਾਪਤ ਕਰਦਾ ਹੈ। ਇਸ ਕਰਕੇ ਅਸੀਂ ਵੀ ਪੂਰਨ ਸੰਤਾਂ ਮਹਾਪੁਰਸ਼ਾਂ ਦੀ ਸੰਗਤ ਕਰਨੀ ਹੈ। ਇਸ ਸੰਸਾਰ ਦੇ ਜਿੰਨੇ ਵੀ ਧਾਰਮਿਕ ਗ੍ਰੰਥ ਪੜ੍ਹ ਕੇ ਦੇਖ ਲਈਏ, ਉਹਨਾਂ ਦੇ ਵਿੱਚ ਸੰਤਾਂ ਮਹਾਪੁਰਸ਼ਾਂ ਦੀ ਹੀ ਵਡਿਆਈ ਲਿਖੀ ਹੈ। ਸੰਤ ਕੀ ਮਹਿਮਾ ਭੇਦ ਨਾ ਜਾਣੇ, ਜੇਤਾ ਸੁਨੇ ਤੇਤਾ ਬਖਿਆਣੇ। ਸੰਤਾਂ ਮਹਾਪੁਰਸ਼ਾਂ ਦੀ ਮਹਿਮਾ ਇਹ ਦੁਨੀਆ ਦੇ ਗ੍ਰੰਥ ਵੀ ਨਹੀਂ ਕਰ ਸਕਦੇ, ਕਿਉਂਕਿ ਸੰਤ ਮਹਾਪੁਰਸ਼ ਦਿਨ ਰਾਤ ਆਪਣੀ ਰਸਨਾ ਤੋਂ ਨਵੀਂ ਬਾਣੀ ਉਚਾਰਨ ਕਰਦੇ ਨੇ। ਇਸ ਕਰਕੇ ਪੂਰਨ ਸੰਤਾਂ ਮਹਾਪੁਰਸ਼ਾਂ ਦੀ ਸੰਗਤ ਦੇ ਵਿੱਚ ਜਾਣਾ ਹੈ, ਉਹਨਾਂ ਤੋਂ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਕਰਕੇ ਉਸ ਦਾ ਸਿਮਰਨ ਕਰਨਾ ਹੈ ਤੇ ਆਪਣੇ ਅੰਦਰ ਮਾਲਕ ਦੇ ਪ੍ਰਤੀ, ਗੁਰੂ ਦੇ ਪ੍ਰਤੀ ਉਹ ਸੱਚਾ ਪ੍ਰੇਮ ਔਰ ਪਿਆਰ ਪੈਦਾ ਕਰਨਾ ਹੈ। ਕਹਿ ਰਵਿਦਾਸ ਇੱਕ ਬੇਨਤੀ ਹਰਿ ਸਿਓ, ਪੈਜ ਰਾਖੋ ਰਾਜਾ ਰਾਮ ਮੇਰੀ। ਕਹਿ ਰਵਿਦਾਸ ਇੱਕ ਬੇਨਤੀ ਹਰਿ ਸਿਓ, ਪੈਜ ਰਾਖੋ ਰਾਜਾ ਰਾਮ ਮੇਰੀ। ਸਤਿਗੁਰ ਜੀ ਆਖਰੀ ਪੰਕਤੀਆਂ ਦੇ ਵਿੱਚ ਕੀ ਉਚਾਰਨ ਕਰ ਰਹੇ ਨੇ? ਉਸ ਪਰਮੇਸ਼ਰ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰ ਰਹੇ ਨੇ ਕਿ ਹੈ ਪਰਮਾਤਮਾ ਜੀ, ਮੇਰੀ ਆਪ ਜੀ ਦੇ ਅੱਗੇ ਇੱਕ ਬੇਨਤੀ ਹੈ, ਅਰਦਾਸ ਹੈ, ਪੈਜ ਰੱਖੋ ਰਾਜਾ ਰਾਮ ਮੇਰੀ।
ਉਹ ਪਰਮੇਸ਼ਰ ਉਹ ਪਰਮਾਤਮਾ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਨੇ। ਰਾਮ ਉਸ ਨੂੰ ਕਿਹਾ ਹੈ ਜਿਹੜਾ ਸਾਰੇ ਹੀ ਸੰਸਾਰ ਦਾ ਰਾਜਾ ਹੈ, ਸਾਰੇ ਹੀ ਸੰਸਾਰ ਦੀ ਪਾਲਣਾ ਕਰ ਰਿਹਾ ਉਹ ਪਰਮੇਸ਼ਰ ਉਹ ਪਰਮਾਤਮਾ। ਪੈਜ ਰੱਖੋ ਰਾਜਾ ਰਾਮ ਮੇਰੀ, ਕਿ हे ਪਰਮਾਤਮਾ ਜੀ ਮੈਂ ਆਪ ਦੀ ਸ਼ਰਨ ਦੇ ਵਿੱਚ ਆਇਆ ਹਾਂ ਤੇ ਆਪ ਨੇ ਹੀ ਮੇਰੀ ਲਾਜ ਰੱਖਣੀ ਹੈ, ਕਿ ਆਪ ਇਹੋ ਜਿਹੀ ਕਿਰਪਾ ਕਰੋ ਕਿ ਮੈਂ ਹਮੇਸ਼ਾ ਹੀ ਆਪ ਦਾ ਨਾਮ ਜਪਦਾ ਰਹਾ, ਆਪ ਦਾ ਸਿਮਰਨ ਕਰਦਾ ਰਹਾ ਤੇ ਆਪ ਦੇ ਚਰਨਾਂ ਦੇ ਨਾਲ ਹਮੇਸ਼ਾ ਹੀ ਜੁੜਿਆ ਰਹਾ। ਉਹ ਜਿਹੜੇ ਉਹ ਪਰਮੇਸ਼ਰ ਉਹ ਪਰਮਾਤਮਾ ਦੇ ਪਿਆਰੇ ਨੇ, ਜਦੋਂ ਮਾਲਕ ਦੇ ਨਾਲ ਜੁੜ ਜਾਂਦੇ ਨੇ, ਉਸ ਮਾਲਕ ਦੇ ਚਰਨਾਂ ਦੇ ਵਿੱਚ ਸੱਚੀ ਅਰਦਾਸ ਬੇਨਤੀ ਕਰਦੇ ਨੇ ਤੇ ਉਹ ਮਾਲਕ ਉਹ ਪਰਮੇਸ਼ਰ ਉਹ ਪਰਮਾਤਮਾ ਫਿਰ ਆਪਣੇ ਪਿਆਰਿਆਂ ਦੀ ਹਮੇਸ਼ਾ ਹੀ ਲਾਜ ਰੱਖਦਾ ਹੈ। ਪ੍ਰਭੂ ਆਪਣੇ ਪਿਆਰਿਆਂ ਦੀ ਸਦਾ ਲਾਜ ਰੱਖਦਾ ਹੈ। ਉਹ ਪਰਮੇਸ਼ਰ ਉਹ ਪਰਮਾਤਮਾ ਫਿਰ ਕਦੇ ਵੀ ਆਪਣੇ ਸੇਵਕਾਂ ਨੂੰ ਡੋਲਣ ਨਹੀਂ ਦਿੰਦਾ, ਉਹਨਾਂ ਦੀ ਹਮੇਸ਼ਾ ਹੀ ਲਾਜ ਰੱਖਦਾ ਹੈ। ਜਿਵੇਂ ਸਾਹਿਬ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਗੰਗਾ ਦੇ ਵਿੱਚ ਪੱਥਰਾਂ ਨੂੰ ਉਤਾਰਿਆ, 4 ਯੁੱਗਾਂ ਦੇ ਜੰਝੂ ਕੱਢ ਕੇ ਦਿਖਾਏ, ਹੋਰ ਬਹੁਤ ਵੱਡੇ ਵੱਡੇ ਕੌਤਕ ਸਾਹਿਬ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਦਿਖਾਲੇ। ਇਹ ਸਭ ਉਹ ਪਰਮੇਸ਼ਰ ਉਹ ਪਰਮਾਤਮਾ ਦੀ ਵਡਿਆਈ ਹੈ। ਉਹ ਕਦੇ ਵੀ ਆਪਣੇ ਪਿਆਰਿਆਂ ਨੂੰ ਡੋਲਣ ਨਹੀਂ ਦਿੰਦਾ। ਜਿਵੇਂ ਸਤਿਗੁਰੂ ਨਾਮਦੇਵ ਜੀ, ਉਹਨਾਂ ਨੇ ਦੇਹਰਾ ਹੀ ਘੁਮਾ ਦਿੱਤਾ, ਮੰਦਿਰ ਦਾ ਮੂੰਹ ਹੀ ਘੁਮਾ ਦਿੱਤਾ, ਉਹ ਪਰਮੇਸ਼ਰ ਪਰਮਾਤਮਾ ਨੇ ਆਪਣੇ ਸੇਵਕਾਂ ਦੀ ਖਾਤਰ। ਇਸੇ ਤਰ੍ਹਾਂ ਉਹ ਜਿਹੜਾ ਪਰਮੇਸ਼ਰ ਉਹ ਪਰਮਾਤਮਾ ਹੈ ਉਹ ਜੁਗਾ ਜੁਗੰਤਰਾਂ ਤੋਂ ਆਪਣੇ ਪਿਆਰਿਆਂ ਦੀ ਲਾਜ ਰੱਖਦਾ ਹੈ। ਇਸ ਕਰਕੇ ਅਸੀਂ ਵੀ ਉਸ ਪਰਮੇਸ਼ਰ ਪਰਮਾਤਮਾ ਦਾ ਸਿਮਰਨ ਕਰਨਾ ਹੈ, ਪੂਰਨ ਸੰਤਾਂ ਮਹਾਪੁਰਸ਼ਾਂ ਦੀ ਸੰਗਤ ਕਰਨੀ ਹੈ, ਉਹਨਾਂ ਦੇ ਨਾਲ ਸੱਚਾ ਪ੍ਰੇਮ ਔਰ ਪਿਆਰ ਕਰਨਾ ਹੈ ਤੇ ਫਿਰ ਹੀ ਸਾਡਾ ਇਸ ਸੰਸਾਰ ਦੇ ਵਿੱਚ ਆਉਣਾ ਸਫਲ ਹੈ। ਜਿਵੇਂ ਸਾਹਿਬ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਇਹੋ ਜਿਹੀ ਪਰਮਾਤਮਾ ਦੀ ਬੰਦਗੀ ਕੀਤੀ, ਉਹਨਾਂ ਦੇ ਚਰਨਾਂ ਦੇ ਵਿੱਚ 4 ਵਰਨਾਂ ਦੇ ਲੋਕ ਆ ਕੇ ਝੁਕੇ। ਇਸੇ ਤਰ੍ਹਾਂ ਜੇਕਰ ਅਸੀਂ ਵੀ ਪਰਮੇਸ਼ਰ ਪਰਮਾਤਮਾ ਦੀ ਬੰਦਗੀ ਕਰਾਂਗੇ, ਸਿਮਰਨ ਕਰਾਂਗੇ, ਤਾਂ ਸਾਡੇ ਵੀ ਚਰਨਾਂ ਦੇ ਵਿੱਚ ਇਹ ਸੰਸਾਰ ਦੇ ਲੋਕ ਆ ਕੇ ਝੁਕਣਗੇ। ਪਰ ਝੁਕਦੇ ਫਿਰ ਹੀ ਨੇ ਜੇਕਰ ਜੀਵ ਦੇ ਅੰਦਰ ਉਹ ਪਰਮੇਸ਼ਰ ਪਰਮਾਤਮਾ ਦਾ ਨਾਮ ਹੈ। ਨਾਮ ਦੇ ਅੱਗੇ ਇਹ ਸੰਸਾਰ ਝੁਕਦਾ ਹੈ। ਇੱਕ ਨਾਮ ਦੀ ਇਹੋ ਜਿਹੀ ਪਾਵਰ ਹੈ ਕਿ ਉਸ ਦੇ ਅੱਗੇ ਹਰ ਜੀਵ ਨੂੰ ਝੁਕਣਾ ਪੈਂਦਾ। ਇਸ ਕਰਕੇ ਅਸੀਂ ਵੀ ਪਰਮਾਤਮਾ ਦੀ ਬੰਦਗੀ ਕਰਨੀ ਹੈ, ਸਿਮਰਨ ਕਰਨਾ ਹੈ। ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਦੱਸੇ ਹੋਏ ਉਪਦੇਸ਼ਾਂ ਨੂੰ ਆਪਣੇ ਜੀਵਨ ਦੇ ਵਿੱਚ ਵਸਾਉਣਾ ਹੈ। ਉਹਨਾਂ ਦੇ ਦੱਸੇ ਹੋਏ ਮਾਰਗ ਤੇ ਚੱਲ ਕੇ ਆਪਣੇ ਜੀਵਨ ਨੂੰ ਸਫਲ ਕਰਨਾ ਹੈ। ਜਪੋ ਜੀ ਸਤਨਾਮ ਸਤਨਾਮ।